ਕ੍ਰਿਸ਼ਨ ਚੰਦਰ ਦੀ ਕਹਾਣੀ ਹੈ ਪੇਸ਼ਾਵਰ ਐਕਸਪ੍ਰੈਸ। ਜਦੋਂ ਮੈਂ ਪੇਸ਼ਾਵਰ ਤੋਂ ਚੱਲੀ ਤਾਂ ਮੈਂ ਛੱਕਾ ਛੱਕ ਸੁੱਖ ਦਾ ਸਾਹ ਲਿਆ। ਮੇਰੇ ਡੱਬੇ 'ਚ ਵਧੇਰੇ ਕਰਕੇ ਹਿੰਦੂ ਯਾਤਰੀ ਸਨ। ਇਹ ਲੋਕ ਪੇਸ਼ਾਵਰ ਤੋਂ, ਮਰਦਾਨ ਤੋਂ, ਕੋਹਾਟ ਤੋਂ, ਚਾਰਸੱਦਾ ਤੋਂ, ਖੈਬਰ ਤੋਂ, ਲੰਡੀ ਕੋਤਲ ਤੋਂ, ਨੁਸ਼ਹਿਰਾ, ਮਾਨਸਰਾ ਤੋਂ ਆਏ ਸਨ ਅਤੇ ਪਾਕਿਸਤਾਨ 'ਚ ਆਪਣੀ ਜਾਨ ਅਤੇ ਮਾਲ ਨੂੰ ਸੁਰੱਖਿਅਤ ਨਾ ਦੇਖ ਕੇ ਹਿੰਦੁਸਤਾਨ ਵੱਲ ਯਾਤਰਾ ਕਰ ਰਹੇ ਸਨ। ਸਟੇਸ਼ਨ ਦੇ ਚਾਰੇ ਪਾਸੇ ਕਰੜਾ ਪਹਿਰਾ ਸੀ ਅਤੇ ਫੌਜ ਵਾਲੇ ਬੜੀ ਚੌਕਸੀ ਤੋਂ ਕੰਮ ਲੈ ਰਹੇ ਸਨ। ਉਹਨਾਂ ਲੋਕਾਂ ਨੂੰ ਪਾਕਿਸਤਾਨ ਜਾਂ ਪਨਾਹਗੁਜ਼ੀ ਦੇ ਅਤੇ ਹਿੰਦੁਸਤਾਨ 'ਚ ਸ਼ਰਨਾਰਥੀ ਕਿਹਾ ਜਾਂਦਾ ਸੀ। ਇਹਨਾਂ ਲੋਕਾਂ ਉਸ ਵੇਲੇ ਤੱਕ ਸੁੱਖ ਦਾ ਸਾਹ ਨਹੀਂ ਲਿਆ ਜਦੋਂ ਤੱਕ ਮੈਂ ਪੰਜਾਬ ਦੀ ਧਰਤੀ ਵੱਲ ਕਦਮ ਨਹੀਂ ਵਧਾਏ। ਇਹ ਲੋਕ ਚਿਹਰੇ ਮੋਹਰੇ ਤੋਂ ਪਠਾਨ ਜਾਪਦੇ ਸਨ। ਗੋਰੇ ਚਿੱਟੇ, ਮਜ਼ਬੂਤ ਹੱਥ ਪੈਰ, ਸਿਰ 'ਤੇ ਕੁੱਲਾ ਅਤੇ ਲੁੰਗੀ ਅਤੇ ਸਰੀਰ 'ਤੇ ਕਮੀਜ਼ ਅਤੇ ਸਲਵਾਰ। ਇਹ ਲੋਕ ਪਸ਼ਤੋ ਭਾਸ਼ਾ 'ਚ ਗੱਲਾਂ ਕਰ ਰਹੇ ਸਨ ਅਤੇ ਕਦੀ-ਕਦੀ ਅੱਖੜ ਪੰਜਾਬੀ ਬੋਲਦੇ ਸਨ। ਇਹਨਾਂ ਦੀ ਸੁਰੱਖਿਆ ਲਈ ਹਰ ਡੱਬੇ 'ਚ ਹਿੰਦੂ ਸਿਪਾਹੀ ਬੰਦੂਕਾਂ ਲਈ ਖੜ੍ਹੇ ਸਨ। ਪੱਗਾਂ ਵਾਲੇ ਬਲੋਚੀ ਸਿਪਾਹੀ ਨਵੀਆਂ-ਨਵੀਆਂ ਰਾਈਫਲਾਂ ਚੁੱਕੀ ਉਹਨਾਂ ਹਿੰਦੂ ਪਠਾਣਾਂ ਅਤੇ ਉਹਨਾਂ ਦੇ ਬੀਵੀ ਬੱਚਿਆਂ ਨੂੰ ਮੁਸਕਰਾ ਕੇ ਦੇਖ ਰਹੇ ਸਨ, ਜਿਹੜੇ ਇਸ ਇਤਿਹਾਸਿਕ ਭੈ ਤੋਂ ਡਰੇ ਹੋਏ ਉਸ ਧਰਤੀ ਤੋਂ ਨੱਸੇ ਜਾ ਰਹੇ ਸਨ ਜਿੱਥੇ ਉਹ ਹਜ਼ਾਰਾਂ ਵਰ੍ਹਿਆਂ ਦੇ ਰਹਿੰਦੇ ਆਏ ਸਨ, ਜਿਹਦੀ ਪਥਰੀਲੀ ਧਰਤ ਤੋਂ ਉਹਨਾਂ ਤਾਕਤ ਪ੍ਰਾਪਤ ਕੀਤੀ ਸੀ, ਜਿਹਦੇ ਠੰਡੇ ਝਰਨਿਆਂ 'ਚ ਉਹਨਾਂ ਪਾਣੀ ਪੀਤਾ ਸੀ ਅਤੇ ਜਿਹਦੇ ਸੁੰਦਰ ਬਾਗਾਂ ਦੇ ਅੰਗੂਰਾਂ ਦਾ ਉਹਨਾਂ ਨੇ ਰਸ ਪੀਤਾ ਸੀ। ਅੱਜ ਉਹ ਇਹ ਦੇਸ਼ ਅਚਾਨਕ ਬੇਗਾਨਾ ਹੋ ਗਿਆ ਸੀ ਅਤੇ ਇਹਨੇ ਆਪਣੇ ਹਮਦਰਦ ਸੋਨੇ ਦੇ ਦਰਵਾਜ਼ੇ ਇਹਨਾਂ ਲਈ ਬੰਦ ਕਰ ਲਏ ਸਨ ਅਤੇ ਇੱਕ ਨਵੇਂ ਦੇਸ਼ ਦੇ ਤਪਦੇ ਹੋਏ ਮੈਦਾਨਾਂ ਦੀ ਕਲਪਨਾ ਦਿਲ 'ਚ ਲਈ ਰੁੱਸੇ ਹੋਏ ਦਿਲ ਉੱਥੋਂ ਵਿਦਾ ਹੋ ਰਹੇ ਸਨ। ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਜ਼ਰੂਰ ਸੀ ਕਿ ਉਹਨਾਂ ਦੀਆਂ ਜਾਨਾਂ ਬਚ ਗਈਆਂ ਸਨ। ਉਹਨਾਂ ਦਾ ਸਮਾਨ ਅਤੇ ਮਕਾਨ ਅਤੇ ਉਹਨਾਂ ਦੀਆਂ ਨੂੰਹਾਂ ਧੀਆਂ, ਮਾਵਾਂ ਅਤੇ ਪਤਨੀਆਂ ਦੀ ਮਰਿਆਦਾ ਸੁਰੱਖਿਅਤ ਸੀ, ਪਰ ਇਹਨਾਂ ਦਾ ਦਿਲ ਰੋ ਰਿਹਾ ਸੀ ਅਤੇ ਅੱਖਾਂ ਸਰਹੱਦ ਦੇ ਪੱਥਰੀਲੇ ਸੀਨੇ 'ਤੇ ਇੰਝ ਗੱਡੀਆਂ ਸਨ ਜਿਵੇਂ ਇਹਨੂੰ ਪਾੜ ਕੇ ਅੰਦਰ ਵੜ ਜਾਣਾ ਚਾਹੁੰਦੇ ਹੋਣ ਅਤੇ ਇਹਦੇ ਮਮਤਾ ਭਰੇ ਫੁਹਾਰੇ ਤੋਂ ਪੁੱਛਣਾ ਚਾਹੁੰਦੇ ਹੋਣ, ਬੋਲ ਮਾਂ, ਅੱਜ ਕਿਸ ਜੁਰਮ ਦੀ ਸਜ਼ਾ ਵਜੋਂ ਤੂੰ ਆਪਣੇ ਪੁੱਤਰਾਂ ਨੂੰ ਘਰੋਂ ਕੱਢ ਦਿੱਤਾ ਹੈ? ਆਪਣੀਆਂ ਬਹੂਆਂ ਨੂੰ ਉਸ ਸੁੰਦਰ ਵਿਹੜੇ ਤੋਂ ਤੂੰ ਵਾਂਝਿਆ ਕਰ ਦਿੱਤਾ ਹੈ ਜਿੱਥੇ ਕੱਲ੍ਹ ਤੱਕ ਆਪਣੇ ਸੁਹਾਗ ਦੀਆਂ ਰਾਣੀਆਂ ਬਣੀਆਂ ਬੈਠੀਆਂ ਸਨ। ਆਪਣੀਆਂ ਅੱਲ੍ਹੜ ਮੁਟਿਆਰਾਂ ਨੂੰ ਜਿਹੜੀਆਂ ਅੰਗੂਰ ਦੀ ਵੇਲ ਵਾਂਗ ਤੇਰੀ ਛਾਤੀ ਨਾਲ ਲਿਪਟ ਰਹੀਆਂ ਸੀ, ਝੰਜੋੜ ਕੇ ਕਿਉਂ ਵੱਖ ਕਰ ਦਿੱਤਾ ਹੈ? ਕਿਸ ਲਈ ਅੱਜ ਇਹ ਦੇਸ਼ ਵਿਦੇਸ਼ੀ ਹੋ ਗਿਆ ਹੈ? ਮੈਂ ਤੁਰੀ ਜਾ ਰਹੀ ਸੀ ਅਤੇ ਡੱਬਿਆਂ 'ਚ ਬੈਠੀ ਮਨੁੱਖ ਜਾਤੀ ਆਪਣੇ ਦੇਸ਼ ਦੀ ਬੁਲੰਦੀ, ਇਹਦੀਆਂ ਉੱਚੀਆਂ ਚੱਟਾਨਾਂ, ਇਹਦੀਆਂ ਸੁੰਦਰ ਵਾਦੀਆਂ ਅਤੇ ਬਾਗਾਂ ਵੱਲ ਇੰਝ ਵੇਖ ਰਹੀ ਸੀ ਜਿਵੇਂ ਜਾਣੇ ਪਛਾਣੇ ਦ੍ਰਿਸ਼ਾਂ ਨੂੰ ਆਪਣੇ ਸੀਨੇ 'ਚ ਲੁਕਾ ਕੇ ਲੈ ਜਾਣਾ ਚਾਹੁੰਦੀ ਹੋਏ। ਇਹਨਾਂ ਨਿਗਾਹਾਂ ਨਾਲ ਹਰ ਪਲ ਭਿੜ ਜਾਣ 'ਤੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਇਸ ਡਾਢੇ ਦੁੱਖਾਂ ਅਤੇ ਤਕਲੀਫ ਸਦਕਾ ਮੇਰੇ ਪੈਰ ਭਾਰੇ ਹੁੰਦੇ ਜਾ ਰਹੇ ਨੇ ਅਤੇ ਰੇਲ ਦੀ ਪਟੜੀ ਮੈਨੂੰ ਰੋਕ ਰਹੀ ਹੈ। ਹਸਨ ਅਬਦਾਲ ਤੱਕ ਸਾਰੇ ਲੋਕ ਦੁੱਖ, ਬੇਚੈਨੀ ਅਤੇ ਨਿਰਾਸ਼ਾ ਦੀ ਤਸਵੀਰ ਬਣੇ ਰਹੇ। ਹਸਨ ਅਬਦਾਲ ਦੇ ਸਟੇਸ਼ਨ 'ਤੇ ਬਹੁਤ ਸਾਰੇ ਸਿੱਖ ਆਏ ਹੋਏ ਸੀ। ਪੰਜਾ ਸਾਹਿਬ ਤੋਂ ਲੰਮੀਆਂ ਕਿਰਪਾਨਾਂ ਲਈ, ਚਿਹਰਿਆਂ 'ਤੇ ਉੱਡਦੀਆਂ ਹਵਾਈਆਂ ਲਈ। ਬੱਚੇ ਸਹਿਮੇ ਸਨ। ਇੰਝ ਜਾਪਦਾ ਸੀ ਜਿਵੇਂ ਆਪਣੀਆਂ ਤਲਵਾਰਾਂ ਦੇ ਵਾਰ ਨਾਲ ਹੀ ਇਹ ਲੋਕ ਮਰ ਜਾਣਗੇ। ਡੱਬੇ 'ਚ ਬੈਠ ਕੇ ਉਹਨਾਂ ਲੋਕਾਂ ਸੁੱਖ ਦਾ ਸਾਹ ਲਿਆ ਅਤੇ ਫਿਰ ਉਹਨਾਂ ਦੀ ਆਪਣੇ ਹਿੰਦੂਆਂ ਅਤੇ ਸਿੱਖ ਪਠਾਣਾਂ ਨਾਲ ਗੱਲ ਸ਼ੁਰੂ ਹੋ ਗਈ। ਕਿਸੇ ਦਾ ਘਰ-ਬਾਰ ਸੜ ਗਿਆ ਸੀ, ਕੋਈ ਸਿਰਫ ਇੱਕ ਕਮੀਜ਼ ਅਤੇ ਸਲਵਾਰ 'ਚ ਸੀ, ਕਿਸੇ ਦੇ ਪੈਰਾਂ 'ਚ ਜੁੱਤੀ ਨਹੀਂ ਸੀ ਅਤੇ ਕੋਈ ਇੰਨਾ ਚਤੁਰ ਸੀ ਕਿ ਆਪਣੇ ਲੋਕਾਂ ਦਾ ਸੱਚਮੁੱਚ ਬੜਾ ਨੁਕਸਾਨ ਹੋਇਆ ਸੀ ਪਰ ਚੁੱਪਚਾਪ ਬੈਠਾ ਸੀ। ਅਤੇ ਜਿਨ੍ਹਾਂ ਕੋਲ ਕਦੇ ਕੁਝ ਵੀ ਨਹੀਂ ਸੀ ਹੁੰਦਾ, ਉਹ ਆਪਣੀਆਂ ਲੱਖਾਂ ਦੀ ਜਾਇਦਾਦ ਦੇ ਗਵਾਹ ਬਹਿਣ ਦਾ ਦੁੱਖ ਮਨਾ ਰਹੇ ਸੀ। ਦੂਜਿਆਂ ਨੂੰ ਆਪਣੀਆਂ ਫਰਜ਼ੀ ਇਮਾਰਤਾਂ ਦੀਆਂ ਕਹਾਣੀਆਂ ਸੁਣਾ ਕੇ ਭੈ-ਭੀਤ ਕਰ ਰਹੇ ਸਨ। ਮੁਸਲਮਾਨਾਂ ਨੂੰ ਗਾਲਾਂ ਕੱਢ ਰਹੇ ਸਨ। ਬਲੋਚੀ ਸਿਪਾਹੀ ਮਾਣ ਨਾਲ ਦਰਵਾਜ਼ੇ ਕੋਲ ਰਾਈਫਲਾਂ ਚੁੱਕੀ ਖੜ੍ਹੇ ਸਨ। ਕਦੀ-ਕਦੀ ਇੱਕ ਦੂਜੇ ਵੱਲ ਕੁਣੱਖਾ ਜਿਹਾ ਝਾਕ ਕੇ ਮੁਸਕਰਾ ਪੈਂਦੇ ਸਨ। ਤਕਸ਼ਿਲਾ ਦੇ ਸਟੇਸ਼ਨ 'ਤੇ ਮੈਨੂੰ ਬੜੀ ਦੇਰ ਤੱਕ ਖੜ੍ਹਾ ਰਹਿਣਾ ਪਿਆ, ਪਤਾ ਨਹੀਂ ਕਿਹਦੀ ਉਡੀਕ 'ਚ। ਸ਼ਾਇਦ ਆਸੇ-ਪਾਸੇ ਦੇ ਪਿੰਡਾਂ ਦੇ ਹਿੰਦੂ ਸ਼ਰਨਾਰਥੀ ਆ ਰਹੇ ਸਨ। ਜਦੋਂ ਗਾਰਡ ਨੇ ਸਟੇਸ਼ਨ ਮਾਸਟਰ ਨੂੰ ਵਾਰੀ-ਵਾਰੀ ਪੁੱਛਿਆ ਤਾਂ ਉਹਨੇ ਕਿਹਾ, ਜਦੋਂ ਤੱਕ ਆਸੇ-ਪਾਸੇ ਦੇ ਪਿੰਡਾਂ ਦੇ ਹਿੰਦੂ ਸ਼ਰਨਾਰਥੀਆਂ ਦਾ ਜੱਥਾ ਨਹੀਂ ਆ ਜਾਏਗਾ, ਇਹ ਗੱਡੀ ਅੱਗੇ ਨਹੀਂ ਜਾ ਸਕੇਗੀ। 1 ਘੰਟਾ ਹੋਰ ਬੀਤ ਗਿਆ। ਹੁਣ ਲੋਕੀ ਆਪਣਾ ਸਮਾਨ ਖੁਦ ਖੋਲ੍ਹਣ ਅਤੇ ਖਾਣ ਲੱਗੇ। ਸਹਿਮੇ ਬੱਚੇ ਕਿਲਕਾਰੀਆਂ ਮਾਰਨ ਲੱਗੇ ਅਤੇ ਮਾਸੂਮ ਮੁਟਿਆਰਾਂ ਖਿੜਕੀਆਂ 'ਚੋਂ ਬਾਹਰ ਝਾਕਣ ਲੱਗੀਆਂ ਅਤੇ ਵੱਡੇ ਬਜ਼ੁਰਗ ਹੁੱਕੇ ਗੁੜਗੁੜਾਉਣ ਲੱਗ ਪਏ। ਥੋੜ੍ਹੀ ਦੇਰ ਬਾਅਦ ਦੂਰੋਂ ਸ਼ੋਰ ਸੁਣਾਈ ਦਿੱਤਾ ਅਤੇ ਢੋਲਾਂ ਦੇ ਵੱਜਣ ਦੀ ਆਵਾਜ਼ ਸੁਣਾਈ ਦੇਣ ਲੱਗੀ। ਹਿੰਦੂ ਸ਼ਰਨਾਰਥੀਆਂ ਦਾ ਜੱਥਾ ਆ ਰਿਹਾ ਸੀ। ਲੋਕਾਂ ਨੇ ਸਿਰ ਕੱਢ ਕੇ ਇੱਧਰ-ਉੱਧਰ ਦੇਖਿਆ। ਜੱਥਾ ਦੂਰੋਂ ਆ ਰਿਹਾ ਸੀ ਅਤੇ ਨਾਅਰੇ ਲਾ ਰਿਹਾ ਸੀ। ਸਮਾਂ ਬੀਤਦਾ ਗਿਆ, ਜੱਥਾ ਨੇੜੇ ਆਉਂਦਾ ਗਿਆ।
ਢੋਲਾਂ ਦੀ ਆਵਾਜ਼ ਤੇਜ਼ ਹੁੰਦੀ ਗਈ। ਜੱਥੇ ਦੇ ਨੇੜੇ ਆਉਂਦਿਆਂ ਹੀ ਗੋਲੀਆਂ ਦੀ ਆਵਾਜ਼ ਕੰਨਾਂ 'ਚ ਪਈ ਅਤੇ ਲੋਕਾਂ ਨੇ ਆਪਣੇ ਸਿਰ ਖਿੜਕੀਆਂ ਪਿੱਛੇ ਕਰ ਲਏ। ਇਹ ਹਿੰਦੂਆਂ ਦਾ ਜੱਥਾ ਸੀ ਜਿਹੜਾ ਆਸੇ-ਪਾਸੇ ਦੇ ਪਿੰਡਾਂ 'ਚੋਂ ਆਇਆ ਸੀ। ਪਿੰਡਾਂ ਦੇ ਮੁਸਲਮਾਨ ਇਹਨੂੰ ਆਪਣੀ ਹਿਫਾਜ਼ਤ 'ਚ ਲਿਆ ਰਹੇ ਸਨ, ਇਸ ਲਈ ਹਰੇਕ ਮੁਸਲਮਾਨ ਨੇ ਇੱਕ ਕਾਫਰ ਦੀ ਲਾਸ਼ ਆਪਣੇ ਮੋਢੇ 'ਤੇ ਚੁੱਕੀ ਹੋਈ ਸੀ, ਜਿਹਨੇ ਜਾਨ ਬਚਾ ਕੇ ਪਿੰਡੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਲੋਕਾਂ ਦੀ ਭੀੜ ਨੇ ਲਾਸ਼ਾਂ ਆਰਾਮ ਨਾਲ ਸਟੇਸ਼ਨ 'ਤੇ ਪਹੁੰਚਾ ਕੇ ਬਲੋਚੀ ਦਸਤਿਆਂ ਦੇ ਹਵਾਲੇ ਕੀਤੀਆਂ ਅਤੇ ਕਿਹਾ ਕਿ ਉਹ ਇਹਨਾਂ ਸ਼ਰਨਾਰਥੀਆਂ ਨੂੰ ਪੂਰੀ ਸੁਰੱਖਿਆ ਨਾਲ ਹਿੰਦੁਸਤਾਨ ਦੀ ਹੱਦ ਪਾਰ ਲੈ ਜਾਣ। ਬਲੋਚੀ ਸਿਪਾਹੀਆਂ ਨੇ ਪੂਰੇ ਵਿਸ਼ਵਾਸ ਨਾਲ ਇਸ ਗੱਲ ਦੀ ਜ਼ਿੰਮੇਵਾਰੀ ਲਈ ਅਤੇ ਹਰੇਕ ਡੱਬੇ 'ਚ 15-20 ਲਾਸ਼ਾਂ ਰੱਖ ਦਿੱਤੀਆਂ ਗਈਆਂ। ਇਸ ਤੋਂ ਪਿੱਛੋਂ ਭੀੜ ਨੇ ਹਵਾ 'ਚ ਫਾਇਰ ਕੀਤੇ ਅਤੇ ਗੱਡੀ ਚਲਾਉਣ ਲਈ ਸਟੇਸ਼ਨ ਮਾਸਟਰ ਨੂੰ ਕਿਹਾ। ਮੈਂ ਚੱਲਣ ਲੱਗੀ ਸੀ ਕਿ ਫਿਰ ਮੈਨੂੰ ਰੋਕ ਦਿੱਤਾ ਅਤੇ ਭੀੜ ਦੇ ਸਰਦਾਰ ਨੇ ਹਿੰਦੂ ਸ਼ਰਨਾਰਥੀਆਂ ਨੂੰ ਕਿਹਾ ਕਿ 200 ਆਦਮੀਆਂ ਦੇ ਚਲੇ ਜਾਣ ਨਾਲ ਇਹਨਾਂ ਦੇ ਪਿੰਡ ਵੀਰਾਨ ਹੋ ਜਾਣਗੇ ਅਤੇ ਇਹਨਾਂ ਦਾ ਵਪਾਰ ਤਬਾਹ ਹੋ ਜਾਏਗਾ, ਇਸ ਲਈ ਉਹ ਗੱਡੀ 'ਚੋਂ 200 ਆਦਮੀ ਲਾਹ ਕੇ ਆਪਣੇ ਪਿੰਡ ਲੈ ਜਾਣਗੇ। ਭਾਵੇਂ ਕੁਝ ਵੀ ਹੋਵੇ, ਉਹ ਆਪਣੇ ਦੇਸ਼ ਨੂੰ ਇੰਝ ਬਰਬਾਦ ਹੁੰਦਾ ਹੋਇਆ ਨਹੀਂ ਵੇਖ ਸਕਦੇ। ਇਸ 'ਤੇ ਬਲੋਚੀ ਸਿਪਾਹੀਆਂ ਨੇ ਇਹਨਾਂ ਦੀ ਸੂਝ-ਬੂਝ ਅਤੇ ਸਿਆਣਪ ਦੀ ਤਾਰੀਫ ਕੀਤੀ ਅਤੇ ਇਹਨਾਂ ਦੇ ਦੇਸ਼ ਪ੍ਰੇਮ ਨੂੰ ਸਲਾਹਿਆ। ਫਿਰ ਬਲੋਚੀ ਸਿਪਾਹੀਆਂ ਨੇ ਹਰ ਡੱਬੇ 'ਚੋਂ ਇੱਕ ਆਦਮੀ ਕੱਢ ਕੇ ਭੀੜ ਦੇ ਹਵਾਲੇ ਕਰਤਾ। ਪੂਰੇ 200 ਆਦਮੀ ਕੱਢ ਲਏ ਗਏ, ਇੱਕ ਘੱਟ ਨਾ ਇੱਕ ਵੱਧ। ਲਾਈਨ ਲਾਓ ਕਾਫਰੋ, ਸਰਦਾਰ ਨੇ ਕਿਹਾ। ਸਰਦਾਰ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਜਗੀਰਦਾਰ ਸੀ ਅਤੇ ਆਪਣੇ ਲਹੂ ਗੇਟ 'ਚ ਪਵਿੱਤਰ ਜਿਹਾਦ ਧਰਮ ਯੁੱਧ ਦੀ ਗੂੰਜ ਸੁਣ ਰਿਹਾ ਸੀ। ਕਾਫਰ ਪੱਥਰ ਦੀਆਂ ਮੂਰਤੀਆਂ ਬਣੇ ਖੜ੍ਹੇ ਸਨ। ਭੀੜ ਦੇ ਲੋਕਾਂ ਨੇ ਉਹਨਾਂ ਨੂੰ ਚੁੱਕ ਕੇ ਇੱਕ ਲਾਈਨ 'ਚ ਖੜ੍ਹਾ ਕਰ ਦਿੱਤਾ। 200 ਆਦਮੀ, 200 ਜਿਉਂਦੀਆਂ ਲਾਸ਼ਾਂ, ਚਿਹਰੇ ਸੁੰਨ, ਅੱਖਾਂ ਵਾਤਾਵਰਨ 'ਚ ਤੀਰਾਂ ਦੀ ਵਰਖਾ ਮਹਿਸੂਸ ਕਰਦੀਆਂ ਹੋਈਆਂ। ਪਹਿਲ ਬਲੋਚੀ ਸਿਪਾਹੀਆਂ ਨੇ ਕੀਤੀ। 15 ਆਦਮੀ ਫਾਇਰਿੰਗ ਨਾਲ ਡਿੱਗੇ। ਇਹ ਤਕਸ਼ਲਾ ਦਾ ਸਟੇਸ਼ਨ ਸੀ। 20 ਹੋਰ ਆਦਮੀ ਡਿੱਗੇ। ਇੱਥੇ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸੀ ਅਤੇ ਲੱਖਾਂ ਵਿਦਿਆਰਥੀ ਇੱਥੇ ਸੰਸਕ੍ਰਿਤੀ, ਸੱਭਿਅਤਾ, ਭਾਈਚਾਰੇ ਦਾ ਪਾਠ ਪੜ੍ਹਦੇ ਅਤੇ ਸੱਭਿਅਕ ਮਨੁੱਖ ਬਣ ਕੇ ਨਿਕਲਦੇ ਸਨ। 50 ਹੋਰ ਮਾਰੇ ਗਏ। ਤਕਸ਼ਲਾ ਦੇ ਅਜਾਇਬ ਘਰ 'ਚ ਇੰਨੀਆਂ ਸੁੰਦਰ ਮੂਰਤੀਆਂ ਸਨ, ਏਡੀ ਸੁੰਦਰ ਕਾਰੀਗਰੀ ਅਤੇ ਅਦਭੁਤ ਨਮੂਨੇ ਸਨ। ਪ੍ਰਾਚੀਨ ਸੱਭਿਅਤਾ ਦੇ ਝਿਲਮਿਲਾਉਂਦੇ ਦੀਵੇ। 50 ਹੋਰ ਮਾਰੇ। ਪਿਛਲੇ ਪਾਸੇ ਸਰਕੂਪ ਦਾ ਮਹਿਲ ਸੀ ਅਤੇ ਖੇਡਾਂ ਦਾ ਇੱਕ ਥੀਏਟਰ ਅਤੇ ਮੀਲਾਂ ਤੱਕ ਫੈਲਿਆ ਹੋਇਆ ਇੱਕ ਵਿਸ਼ਾਲ ਸ਼ਹਿਰ ਦਾ ਖੰਡਰ, ਜਿਹੜੇ ਤਕਸ਼ਲਾ ਦੀ ਪਿਛਲੀ ਮਹਾਨਤਾ ਪ੍ਰਤੀ ਸ਼ਿਕਾਇਤ ਦੇ ਸੂਚਕ ਸਨ। 30 ਹੋਰ ਮਾਰੇ। ਇੱਥੇ ਕਨਿਸ਼ਕ ਨੇ ਰਾਜ ਕੀਤਾ ਸੀ ਅਤੇ ਲੋਕਾਂ ਨੂੰ ਸ਼ਾਂਤੀ, ਪ੍ਰੇਮ ਅਤੇ ਸੂਝ ਸੁਹੱਪਣ ਦੀ ਦੌਲਤ ਨਾਲ ਮਾਲਾਮਾਲ ਕੀਤਾ ਸੀ। 25 ਹੋਰ ਮੁੱਕ ਗਏ। ਇੱਥੇ ਗੌਤਮ ਬੁੱਧ ਦੇ ਗਿਆਨ ਦਾ ਸੁਰ ਗੁੰਜਿਆ ਸੀ। ਇੱਥੇ ਭਿਕਸ਼ੂਆਂ ਨੇ ਅਮਨ ਅਤੇ ਸ਼ਾਂਤੀ ਦਾ ਪਾਠ ਪੜ੍ਹਾਇਆ ਸੀ। ਹੁਣ ਅੰਤਿਮ ਟੋਲੇ ਦੀ ਮੌਤ ਹੋ ਚੁੱਕੀ ਸੀ। ਇੱਥੇ ਪਹਿਲੀ ਵਾਰੀ ਹੱਦ 'ਤੇ ਇਸਲਾਮ ਦਾ ਝੰਡਾ ਲਹਿਰਾਇਆ ਸੀ, ਸਮਤਾ, ਆਪਣਤ ਅਤੇ ਮਨੁੱਖਤਾ ਦਾ ਝੰਡਾ। ਸਾਰੇ ਮਰ ਗਏ। ਅੱਲਾਹੂ ਅਕਬਰ। ਜ਼ਮੀਨ ਖੂਨ ਨਾਲ ਲਾਲ ਸੀ। ਜਦੋਂ ਮੈਂ ਪਲੇਟਫਾਰਮ ਤੋਂ ਲੰਘਦੀ ਤਾਂ ਮੇਰੇ ਪੈਰ ਰੇਲ ਦੀ ਪਟੜੀ ਤੋਂ ਤਿਲਕ ਜਾਂਦੇ ਸੀ, ਜਿਵੇਂ ਮੈਂ ਹੁਣੇ ਡਿੱਗ ਪਵਾਂਗੀ ਅਤੇ ਡਿੱਗ ਕੇ ਬਾਕੀ ਮੁਸਲਮਾਨਾਂ ਨੂੰ ਖ਼ਤਮ ਕਰ ਦਿਆਂਗੀ। ਹਰ ਡੱਬੇ 'ਚ ਮੌਤ ਆ ਚੁੱਕੀ ਸੀ ਅਤੇ ਕੋਲ ਹੀ ਲਾਸ਼ਾਂ ਰੱਖ ਦਿੱਤੀਆਂ ਗਈਆਂ ਸਨ ਅਤੇ ਜਿਉਂਦੀਆਂ ਲਾਸ਼ਾਂ ਦੀ ਭੀੜ ਚਾਰੇ ਪਾਸੇ ਸੀ। ਬਲੋਚੀ ਸਿਪਾਹੀ ਮੁਸਕਰਾ ਰਹੇ ਸਨ। ਕਿਤੇ ਕੋਈ ਬੱਚਾ ਰੋਣ ਲੱਗਾ, ਕਿਸੇ ਬੁੱਢੀ ਮਾਂ ਨੇ ਹੌਕਾ ਲਿਆ, ਕਿਸੇ ਦੇ ਉਜੜੇ ਸੁਹਾਗ ਨੇ ਆਹ ਭਰੀ ਅਤੇ ਮੈਂ ਚੀਕਦੀ ਕੂਕਦੀ ਰਾਵਲਪਿੰਡੀ ਦੇ ਪਲੇਟਫਾਰਮ 'ਤੇ ਆ ਖੜ੍ਹੀ ਹੋਈ, ਜਿੱਥੋਂ ਕੋਈ ਸ਼ਰਨਾਰਥੀ ਗੱਡੀ 'ਤੇ ਸਵਾਰ ਨਹੀਂ ਹੋਇਆ। ਇੱਕ ਡੱਬੇ 'ਚ ਕੁਝ ਮੁਸਲਮਾਨ 15-20 ਬੁਰਕੇ ਵਾਲੀਆਂ ਨੂੰ ਲੈ ਕੇ ਸਵਾਰ ਹੋਏ। ਹਰ ਮੁਸਲਮਾਨ ਨੌਜਵਾਨ ਕੋਲ ਰਾਈਫਲ ਸੀ। ਇੱਕ ਡੱਬੇ 'ਚ ਬਹੁਤ ਸਾਰੇ ਹਥਿਆਰ ਲੱਦੇ ਗਏ, ਮਸ਼ੀਨ ਗੰਨਾਂ ਅਤੇ ਕਾਰਤੂਸ, ਪਿਸਤੌਲ ਅਤੇ ਰਾਈਫਲਾਂ। ਜੇਹਲਮ ਅਤੇ ਗੁੱਜਰ ਖਾਂ ਦੇ ਵਿਚਾਲੇ ਸਿਗਨਲ ਚੁੱਕ ਕੇ ਰੋਕ ਦਿੱਤਾ ਗਿਆ। ਮੈਂ ਰੁਕ ਗਈ। ਹਥਿਆਰਬੰਦ ਨੌਜਵਾਨ ਗੱਡੀ 'ਚ ਉਤਰਨ ਲੱਗੇ। ਬੁਰਕਾਪੋਸ਼ ਔਰਤਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਅਸੀਂ ਹਿੰਦੂ ਹਾਂ, ਅਸੀਂ ਸਿੱਖ ਹਾਂ, ਸਾਨੂੰ ਜ਼ਬਰਦਸਤੀ ਲਿਜਾ ਰਹੇ ਨੇ। ਇਹਨਾਂ ਨੇ ਬੁਰਕੇ ਪਾੜ ਦਿੱਤੇ, ਚੀਕਣ ਲੱਗੀਆਂ। ਨੌਜਵਾਨ ਮੁਸਲਮਾਨ ਹੱਸਦੇ ਹੋਏ ਉਹਨਾਂ ਨੂੰ ਘਸੀਟ ਕੇ ਗੱਡੀ 'ਚੋਂ ਕੱਢ ਲਿਆਏ। ਹਾਂ, ਇਹ ਹਿੰਦੂ ਔਰਤਾਂ ਨੇ। ਅਸੀਂ ਇਹਨਾਂ ਨੂੰ ਰਾਵਲਪਿੰਡੀ ਤੋਂ, ਇਹਨਾਂ ਦੇ ਆਰਾਮਦਾਈ ਘਰਾਂ 'ਚੋਂ, ਇਹਨਾਂ ਦੇ ਖੁਸ਼ਹਾਲ ਪਰਿਵਾਰਾਂ 'ਚੋਂ, ਇਹਨਾਂ ਦੇ ਇੱਜ਼ਤਦਾਰ ਮਾਂ-ਪਿਓ ਤੋਂ ਖੋਹ ਕੇ ਲਿਆਏ ਹਾਂ। ਹੁਣ ਇਹ ਸਾਡੀਆਂ ਨੇ। ਅਸੀਂ ਇਹਨਾਂ ਨਾਲ ਜੋ ਚਾਹਾਂਗੇ ਕਰਾਂਗੇ। ਜੇ ਕਿਸੇ 'ਚ ਹਿੰਮਤ ਹੈ ਤਾਂ ਇਹਨਾਂ ਨੂੰ ਸਾਥੋਂ ਖੋਹ ਕੇ ਲੈ ਜਾਏ। ਹੱਦ ਦੇ 2 ਨੌਜਵਾਨ ਹਿੰਦੂ ਪਠਾਨ ਛਾਲ ਮਾਰ ਕੇ ਗੱਡੀ 'ਚ ਉਤਰ ਗਏ। ਬਲੋਚੀ ਸਿਪਾਹੀਆਂ ਨੇ ਬੜੇ ਆਰਾਮ ਨਾਲ ਫਾਇਰਿੰਗ ਕਰਕੇ ਉਹਨਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ। 15-20 ਨੌਜਵਾਨ ਹੋਰ ਨਿਕਲੇ। ਉਹਨਾਂ ਨੂੰ ਵੀ ਹਥਿਆਰਬੰਦ ਮੁਸਲਮਾਨਾਂ ਦੇ ਜਥੇ ਨੇ ਮਿੰਟਾਂ 'ਚ ਸਮਾਪਤ ਕਰ ਦਿੱਤਾ। ਅਸਲ 'ਚ ਮਾਸ ਦੀ ਕੰਧ ਲੋਹੇ ਦੀਆਂ ਗੋਲੀਆਂ ਦਾ ਸਾਹਮਣਾ ਨਹੀਂ ਕਰ ਸਕੀ।
ਨੌਜਵਾਨ ਹਿੰਦੂ ਔਰਤਾਂ ਨੂੰ ਘਸੀਟ ਕੇ ਜੰਗਲ 'ਚ ਲੈ ਗਏ ਤੇ ਮੈਂ ਮੂੰਹ ਲੁਕਾ ਕੇ ਉੱਥੋਂ ਨੱਸੀ। ਕਾਲਾ ਡਰਾਉਣਾ ਧੂੰਆਂ ਮੇਰੇ ਮੂੰਹ 'ਚੋਂ ਨਿਕਲ ਰਿਹਾ ਸੀ, ਜਿਵੇਂ ਚੁਫੇਰੇ ਗੂੜ੍ਹਾ ਕਾਲਾਪਨ ਛਾ ਗਿਆ ਸੀ ਤੇ ਸਾਹ ਮੇਰੀ ਹਿੱਕ 'ਚ ਇੰਝ ਲੱਗਦੇ ਸਨ ਜਿਵੇਂ ਹੁਣੇ ਛਾਤੀ ਪਾਟ ਜਾਏਗੀ ਤੇ ਅੰਦਰ ਭਖਦੇ ਹੋਏ ਲਾਲ ਲਾਲ ਅੰਗਿਆਰ ਇਸ ਜੰਗਲ ਨੂੰ ਸਾੜ ਕੇ ਸੁਆਹ ਕਰ ਦੇਣਗੇ, ਜਿਹੜਾ ਇਸ ਸਮੇਂ ਮੇਰੇ ਅੱਗੇ ਪਿੱਛੇ ਪਸਰਿਆ ਹੋਇਆ ਸੀ ਤੇ ਜਿਹਨੇ ਉਹਨਾਂ 15 ਔਰਤਾਂ ਨੂੰ ਆਪਣੇ 'ਚ ਲੁਕਾਇਆ ਹੋਇਆ ਸੀ। ਲਾਲਾ ਮੂਸਾ ਦੇ ਨੇੜੇ ਲਾਸ਼ਾਂ 'ਚੋਂ ਇੰਨੀ ਸੜੀ ਬਦਬੂ ਆਉਣ ਲੱਗੀ ਕਿ ਬਲੋਚੀ ਸਿਪਾਹੀ ਉਹਨਾਂ ਨੂੰ ਬਾਹਰ ਸੁੱਟਣ 'ਤੇ ਮਜਬੂਰ ਹੋ ਗਏ। ਹਰ ਵਾਰੀ ਉਹ ਇਸ਼ਾਰੇ ਨਾਲ ਇੱਕ ਆਦਮੀ ਨੂੰ ਬੁਲਾਉਂਦੇ, ਉਹਨੂੰ ਕਹਿੰਦੇ ਕਿ ਉਹ ਲਾਸ਼ ਨੂੰ ਚੁੱਕ ਕੇ ਇੱਥੇ ਲੈ ਆ ਦਰਵਾਜ਼ੇ ਕੋਲ, ਤੇ ਜਦੋਂ ਆਦਮੀ ਲਾਸ਼ ਨੂੰ ਚੁੱਕ ਕੇ ਦਰਵਾਜ਼ੇ ਕੋਲ ਲੈ ਆਉਂਦਾ ਤਾਂ ਉਹਨੂੰ ਗੱਡੀ 'ਚੋਂ ਬਾਹਰ ਧੱਕਾ ਦੇ ਦਿੰਦੇ। ਥੋੜ੍ਹੀ ਦੇਰ 'ਚ ਸਾਰੀਆਂ ਲਾਸ਼ਾਂ ਇੱਕ ਇੱਕ ਹਮਰਾਹੀਆਂ ਨਾਲ ਬਾਹਰ ਸੁੱਟ ਦਿੱਤੀਆਂ ਗਈਆਂ। ਡੱਬੇ 'ਚ ਆਦਮੀ ਘਟ ਗਏ ਤੇ ਲੱਤਾਂ ਪਸਾਰ ਕੇ ਬੈਠਣ ਦੀ ਜਗ੍ਹਾ ਵੀ ਹੋ ਗਈ। ਲਾਲ ਮੂਸਾ ਲੰਘਿਆ ਤੇ ਵਜ਼ੀਰਾਬਾਦ ਆਇਆ। ਵਜ਼ੀਰਾਬਾਦ ਦਾ ਪ੍ਰਸਿੱਧ ਜੰਕਸ਼ਨ, ਵਜ਼ੀਰਾਬਾਦ ਦਾ ਪ੍ਰਸਿੱਧ ਸ਼ਹਿਰ ਜਿੱਥੇ ਹਿੰਦੁਸਤਾਨ ਭਰ ਲਈ ਛੁਰੀਆਂ ਤੇ ਚਾਕੂ ਬਣਦੇ ਨੇ। ਵਜ਼ੀਰਾਬਾਦ ਜਿੱਥੋਂ ਦੇ ਹਿੰਦੂ ਤੇ ਮੁਸਲਮਾਨ ਸੈਂਕੜੇ ਸਾਲਾਂ ਤੋਂ ਵਿਸਾਖੀ ਦਾ ਮੇਲਾ ਬੜੀ ਧਾਮ ਨਾਲ ਮਨਾਉਂਦੇ ਨੇ ਤੇ ਉਹਦੀ ਖੁਸ਼ੀ 'ਚ ਇਕੱਠੇ ਹਿੱਸਾ ਲੈਂਦੇ ਨੇ। ਵਜ਼ੀਰਾਬਾਦ ਦਾ ਸਟੇਸ਼ਨ ਲਾਸ਼ਾਂ ਨਾਲ ਭਰਿਆ ਪਿਆ ਸੀ। ਸ਼ਾਇਦ ਉਹ ਲੋਕ ਵਿਸਾਖੀ ਦਾ ਮੇਲਾ ਵੇਖਣ ਆਏ ਸਨ। ਲਾਸ਼ਾਂ ਦਾ ਮੇਲਾ। ਸ਼ਹਿਰ 'ਚੋਂ ਧੂੰਆਂ ਉੱਠ ਰਿਹਾ ਸੀ ਤੇ ਸਟੇਸ਼ਨ ਦੇ ਨੇੜੇ ਅੰਗਰੇਜ਼ੀ ਬੈਂਡ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਕੁਝ ਛਿਣ ਬਾਅਦ ਜੱਥਾ ਸਟੇਸ਼ਨ 'ਤੇ ਆ ਗਿਆ। ਅੱਗੇ ਅੱਗੇ ਆਦਮੀ ਨੱਚਦੇ ਤੇ ਗਾਉਂਦੇ ਆ ਰਹੇ ਸੀ ਤੇ ਉਹਨਾਂ ਦੇ ਪਿੱਛੇ ਨੰਗੀਆਂ ਔਰਤਾਂ ਦਾ ਜੱਥਾ ਸੀ। ਸਿਰ ਤੋਂ ਪੈਰਾਂ ਤੱਕ ਨੰਗੀਆਂ ਔਰਤਾਂ, ਬੁੱਢੀਆਂ, ਨੌਜਵਾਨ, ਬੱਚੀਆਂ, ਦਾਦੀਆਂ, ਪੋਤੀਆਂ, ਮਾਵਾਂ, ਨੂੰਹਾਂ, ਧੀਆਂ, ਨੌਜਵਾਨ ਕੁਆਰੀਆਂ ਨੱਚਦੇ ਗਾਉਂਦੇ ਮਰਦਾਂ ਦੀ ਭੀੜ 'ਚ ਸਨ। ਔਰਤਾਂ ਸਿੱਖ ਤੇ ਹਿੰਦੂ ਸਨ ਤੇ ਮਰਦ ਮੁਸਲਮਾਨ ਸਨ ਤੇ ਦੋਵਾਂ ਨੇ ਰਲ ਕੇ ਇੱਕ ਹੈਰਾਨ ਕਰ ਦੇਣ ਵਾਲੀ ਵਿਸਾਖੀ ਮਨਾਈ ਸੀ। ਔਰਤਾਂ ਦੇ ਵਾਲ ਖੁੱਲ੍ਹੇ ਸਨ ਤੇ ਸਰੀਰਾਂ 'ਤੇ ਜ਼ਖਮਾਂ ਦੇ ਨਿਸ਼ਾਨ ਸਨ। ਉਹ ਇਸ ਤਰ੍ਹਾਂ ਸਿੱਧੀਆਂ ਤਣ ਕੇ ਤੁਰ ਰਹੀਆਂ ਸਨ ਜਿਵੇਂ ਹਜ਼ਾਰਾਂ ਕੱਪੜਿਆਂ 'ਚ ਉਹਨਾਂ ਦੇ ਤਨ ਛਿਪੇ ਹੋਏ ਹੋਣ, ਜਿਵੇਂ ਮੌਤ ਦੇ ਗੂੜ੍ਹੇ ਕਾਲੇ ਪਰਛਾਵੇਂ ਨੇ ਉਹਨਾਂ ਦੀ ਆਤਮਾ ਨੂੰ ਆਪਣੇ ਪੱਲੇ ਦੀ ਓਟ ਕਰ ਦਿੱਤੀ ਹੋਵੇ। ਇਹਨਾਂ ਦੀਆਂ ਨਿਗਾਹਾਂ ਦਾ ਪ੍ਰਤਾਪ ਪਰੀਆਂ ਨੂੰ ਵਿਛਾੜ ਦੇਵੇ। ਇਹਨਾਂ ਦੀਆਂ ਨਿਗਾਹਾਂ ਦਾ ਪ੍ਰਤਾਪ ਪਰੀਆਂ ਨੂੰ ਪਛਾੜ ਦੇਵੇ। ਬੁੱਲ੍ਹਾਂ ਅੰਦਰ ਦੰਦ ਇੰਝ ਕੱਸੇ ਹੋਏ ਸਨ ਜਿਵੇਂ ਕਿਸੇ ਲਾਵੇ ਦਾ ਮੂੰਹ ਬੰਦ ਕਰ ਦਿੱਤਾ। ਸ਼ਾਇਦ ਇਹ ਲਾਵਾ ਹੁਣੇ ਫੁੱਟ ਪਏਗਾ ਤੇ ਤੇਜ਼ ਧਮਾਕੇ ਨਾਲ ਦੁਨੀਆ 'ਚ ਪਰਲੋ ਲਿਆ ਦੇਵੇਗਾ। ਨੱਚਦੇ ਥਿਰਕਦੇ ਪੈਰ ਪਰੇ ਹਟ ਗਏ। ਇਹ ਹੈਰਾਨ ਕਰ ਦੇਣ ਵਾਲੀ ਭੀੜ ਹੁਣ ਡੱਬਿਆਂ ਦੇ ਸਾਹਮਣੇ ਸੀ। ਡੱਬਿਆਂ 'ਚ ਬੈਠੀਆਂ ਔਰਤਾਂ ਨੇ ਘੁੰਡ ਕੱਢ ਲਏ ਤੇ ਡੱਬਿਆਂ ਦੀਆਂ ਖਿੜਕੀਆਂ ਇੱਕ ਇੱਕ ਕਰਕੇ ਬੰਦ ਹੋਣ ਲੱਗੀਆਂ। ਬਲੋਚੀ ਸਿਪਾਹੀਆਂ ਨੇ ਕਿਹਾ, ਖਿੜਕੀਆਂ ਬੰਦ ਨਾ ਕਰੋ, ਹਵਾ ਰੁਕਦੀ ਹੈ। ਖਿੜਕੀਆਂ ਬੰਦ ਹੁੰਦੀਆਂ ਗਈਆਂ। ਬਲੋਚੀ ਸਿਪਾਹੀਆਂ ਨੇ ਬੰਦੂਕਾਂ ਤਾਣ ਲਈਆਂ। ਠਾ ਠਾ ਫਿਰ ਵੀ ਖਿੜਕੀਆਂ ਬੰਦ ਹੁੰਦੀਆਂ ਗਈਆਂ ਤੇ ਹੁਣ ਇੱਕ ਵੀ ਖਿੜਕੀ ਨਹੀਂ ਸੀ ਖੁੱਲ੍ਹੀ। ਕੁਝ ਲੋਕ ਜ਼ਰੂਰ ਮਰ ਗਏ ਸਨ। ਨੰਗੀਆਂ ਔਰਤਾਂ ਸ਼ਰਨਾਰਥੀਆਂ ਨਾਲ ਬਿਠਾ ਦਿੱਤੀਆਂ ਗਈਆਂ ਤੇ ਮੈਂ ਇਸਲਾਮ ਜ਼ਿੰਦਾਬਾਦ, ਕਾਇਦ-ਏ-ਆਜ਼ਮ ਜ਼ਿੰਦਾਬਾਦ ਦੇ ਨਾਅਰਿਆਂ ਵਿਚਕਾਰ ਫਿਰ ਚੱਲ ਪਈ। ਗੱਡੀ 'ਚ ਬੈਠਾ ਇੱਕ ਬੱਚਾ ਲੜਖੜਾਉਂਦਾ ਹੋਇਆ ਇੱਕ ਬੁੱਢੀ ਦਾਦੀ ਕੋਲ ਆਇਆ ਤੇ ਉਹਨੂੰ ਪੁੱਛਣ ਲੱਗਾ, ਮਾਂ, ਕੀ ਤੂੰ ਨਹਾ ਕੇ ਆਈ ਏ? ਤੇਰੇ ਕੱਪੜੇ ਕਿੱਥੇ ਨੇ ਮਾਂ? ਉਹਨਾਂ 'ਤੇ ਮੇਰੇ ਸੁਹਾਗ ਦੇ ਛਿੱਟੇ ਸੀ ਪੁੱਤਰ, ਉਹ ਲੋਕ ਉਹਨਾਂ ਨੂੰ ਧੋਣ ਲਈ ਲੈ ਗਏ ਨੇ। ਦੋ ਨੰਗੀਆਂ ਮੁਟਿਆਰਾਂ ਨੇ ਗੱਡੀ 'ਚੋਂ ਛਾਲ ਮਾਰ ਦਿੱਤੀ ਤੇ ਮੈਂ ਚੀਕਦੀ ਕੂਕਦੀ ਲਾਹੌਰ ਪਹੁੰਚ ਗਈ। ਮੈਨੂੰ ਪਲੇਟਫਾਰਮ ਨੰਬਰ 1 'ਤੇ ਖੜ੍ਹਾ ਕੀਤਾ ਗਿਆ। ਨੰਬਰ 2 ਪਲੇਟਫਾਰਮ 'ਤੇ ਇੱਕ ਹੋਰ ਗੱਡੀ ਖੜ੍ਹੀ ਸੀ। ਇਹ ਅੰਮ੍ਰਿਤਸਰ ਤੋਂ ਆਈ ਸੀ। ਇਸ 'ਚ ਮੁਸਲਮਾਨ ਸ਼ਰਨਾਰਥੀ ਬੰਦ ਸਨ। ਥੋੜ੍ਹੀ ਦੇਰ ਬਾਅਦ ਮੁਸਲਿਮ ਸੇਵਕ ਮੇਰੇ ਡੱਬਿਆਂ ਦੀ ਤਲਾਸ਼ੀ ਲੈਣ ਆਏ ਤੇ ਗਹਿਣੇ, ਰੁਪਏ ਤੇ ਦੂਜਾ ਕੀਮਤੀ ਸਮਾਨ ਸ਼ਰਨਾਰਥੀਆਂ ਤੋਂ ਲੈ ਲਿਆ ਗਿਆ। ਇਸ ਪਿੱਛੋਂ 400 ਆਦਮੀ ਡੱਬਿਆਂ 'ਚੋਂ ਕੱਢ ਕੇ ਖੜ੍ਹੇ ਕੀਤੇ ਗਏ, ਜਿਵੇਂ ਝਟਕੇ ਦੀ ਉਡੀਕ 'ਚ ਬੱਕਰੇ ਖੜ੍ਹੇ ਕੀਤੇ ਗਏ ਹੋਣ, ਕਿਉਂਕਿ ਪਲੇਟਫਾਰਮ ਨੰਬਰ 2 'ਤੇ ਜਿਹੜੀ ਮੁਸਲਿਮ ਸ਼ਰਨਾਰਥੀਆਂ ਨਾਲ ਲੱਦੀ ਗੱਡੀ ਰੁਕੀ ਹੋਈ ਸੀ ਉਸ 'ਚ 400 ਆਦਮੀ ਘੱਟ ਸਨ ਤੇ 50 ਮੁਸਲਮਾਨ ਔਰਤਾਂ ਦਾ ਅਪਹਰਨ ਕਰ ਲਿਆ ਗਿਆ ਸੀ। ਇਸ ਲਈ ਇੱਥੇ ਵੀ 50 ਔਰਤਾਂ ਚੁਣ ਕੇ ਕੱਢ ਲਈਆਂ ਗਈਆਂ। 400 ਮੁਸਾਫਰਾਂ ਨੂੰ ਜਾਨੋਂ ਮਾਰ ਦਿੱਤਾ ਗਿਆ ਤਾਂ ਕਿ ਹਿੰਦੁਸਤਾਨ ਤੇ ਪਾਕਿਸਤਾਨ 'ਚ ਆਬਾਦੀ ਦਾ ਪਲੜਾ ਬਰਾਬਰ ਰਹੇ। ਮੁਸਲਿਮ ਸੇਵਕਾਂ ਨੇ ਕੰਧ ਜੀ ਬਣਾਈ ਹੋਈ ਸੀ ਤੇ ਛੁਰੇ ਉਹਨਾਂ ਦੇ ਹੱਥਾਂ 'ਚ ਸਨ, ਜਿਸ ਨਾਲ ਵਾਰੀ-ਵਾਰੀ ਇੱਕ ਸ਼ਰਨਾਰਥੀ ਉਹਨਾਂ ਦੇ ਛੁਰੇ ਦੀ ਨੋਕ 'ਤੇ ਆ ਜਾਂਦਾ ਸੀ। ਕੁਝ ਛਿਣਾਂ 'ਚ 400 ਆਦਮੀ ਮੌਤ ਦੇ ਘਾਟ ਲਾ ਦਿੱਤੇ ਗਏ। ਹੁਣ ਮੈਨੂੰ ਆਪਣੇ ਸਰੀਰ ਦੇ ਹਰ ਹਿੱਸੇ ਤੋਂ ਘਿਣ ਆਉਣ ਲੱਗ ਪਈ ਸੀ। ਇੰਨੀ ਬਦਬੂ ਮਹਿਸੂਸ ਕਰ ਰਹੀ ਸੀ ਮੈਂ ਜਿਵੇਂ ਮੈਨੂੰ ਸ਼ੈਤਾਨ ਨੇ ਜਹੰਨਮ 'ਚੋਂ ਕੱਢ ਕੇ ਪੰਜਾਬ ਭੇਜ ਦਿੱਤਾ ਹੋਏ। ਅਟਾਰੀ ਪਹੁੰਚ ਕੇ ਵਾਤਾਵਰਨ ਕੁਝ ਬਦਲਿਆ।
ਮੁਗਲਪੁਰਾਂ ਤੋਂ ਹੀ ਬਲੋਚੀ ਸਿਪਾਹੀ ਬਦਲ ਗਏ ਸਨ ਅਤੇ ਉਹਨਾਂ ਦੀ ਥਾਂ ਡੋਗਰੇ ਅਤੇ ਸਿੱਖ ਸਿਪਾਹੀਆਂ ਨੇ ਲੈ ਲਈ ਸੀ। ਪਰ ਅਟਾਰੀ ਪਹੁੰਚ ਕੇ ਤਾਂ ਮੁਸਲਮਾਨਾਂ ਦੀਆਂ ਇੰਨੀਆਂ ਲਾਸ਼ਾਂ ਹਿੰਦੂ ਸ਼ਰਨਾਰਥੀਆਂ ਨੇ ਦੇਖੀਆਂ ਕਿ ਉਹਨਾਂ ਦੇ ਦਿਲ ਖੁਸ਼ੀ ਨਾਲ ਬਾਗੋ ਬਾਗ ਹੋ ਗਏ। ਆਜ਼ਾਦ ਭਾਰਤ ਦੀ ਹੱਦ ਆ ਗਈ ਸੀ, ਨਹੀਂ ਤਾਂ ਐਡਾ ਸੁੰਦਰ ਦ੍ਰਿਸ਼ ਕਿੱਥੇ ਦੇਖਣ ਨੂੰ ਮਿਲਦਾ। ਅਤੇ ਜਦੋਂ ਮੈਂ ਅੰਮ੍ਰਿਤਸਰ ਸਟੇਸ਼ਨ 'ਤੇ ਪਹੁੰਚੀ ਤਾਂ ਸਿੱਖਾਂ ਦੇ ਨਾਅਰਿਆਂ ਨੇ ਜ਼ਮੀਨ ਅਸਮਾਨ ਇੱਕ ਕਰ ਦਿੱਤਾ। ਇੱਥੇ ਵੀ ਮੁਸਲਮਾਨਾਂ ਦੀਆਂ ਲਾਸ਼ਾਂ ਦੇ ਢੇਰ ਸਨ ਅਤੇ ਹਿੰਦੂ, ਜਾਟ ਅਤੇ ਸਿੱਖ ਅਤੇ ਡੋਗਰੇ ਹਰ ਡੱਬੇ 'ਚ ਝਾਕ ਝਾਕ ਕੇ ਪੁੱਛ ਰਹੇ ਸਨ, ਕੋਈ ਸ਼ਿਕਾਰ ਹੈ, ਭਾਵ ਕੋਈ ਮੁਸਲਮਾਨ ਹੈ। ਇੱਕ ਡੱਬੇ 'ਚ 4 ਹਿੰਦੂ ਬ੍ਰਾਹਮਣ ਸਵਾਰ ਹੋਏ, ਸਿਰ ਮੁੰਨੇ ਹੋਏ, ਲੰਮੀਆਂ ਬੋਦੀਆਂ, ਰਾਮ ਨਾਮ ਦੀ ਧੋਤੀ ਬੰਨੀ ਹਰਿਦੁਆਰ ਦੀ ਯਾਤਰਾ ਕਰ ਰਹੇ ਸਨ। ਇੱਥੇ ਹਰ ਡੱਬੇ 'ਚ 8-10 ਸਿੱਖ ਅਤੇ ਜਾਟ ਵੀ ਬੈਠ ਗਏ। ਉਹਨਾਂ ਕੋਲ ਰਾਈਫਲਾਂ ਅਤੇ ਬੰਬ ਵਗੈਰਾ ਸਨ ਅਤੇ ਪੂਰਬੀ ਪੰਜਾਬ 'ਚ ਸ਼ਿਕਾਰ ਦੀ ਭਾਲ 'ਚ ਜਾ ਰਹੇ ਸਨ। ਉਹਨਾਂ 'ਚੋਂ ਇੱਕ ਦੇ ਦਿਲ 'ਚ ਕੋਈ ਸ਼ੰਕਾ ਹੋਈ। ਉਹਨੇ ਇੱਕ ਬ੍ਰਾਹਮਣ ਤੋਂ ਪੁੱਛਿਆ, ਬ੍ਰਾਹਮਣ ਦੇਵਤਾ ਕਿੱਧਰ ਜਾ ਰਹੇ ਹੋ? ਹਰਿਦੁਆਰ ਤੀਰਥ ਕਰਨ ਲਈ। ਹਰਿਦੁਆਰ ਜਾ ਰਹੇ ਹੋ ਜਾਂ ਪਾਕਿਸਤਾਨ? ਮੀਆਂ ਅੱਲਾ ਅੱਲਾ ਕਰੋ, ਦੂਜੇ ਬ੍ਰਾਹਮਣ ਦੇ ਮੂੰਹੋਂ ਨਿਕਲ ਗਿਆ। ਜਾਟ ਹੱਸਿਆ, ਤਾਂ ਆਓ ਅੱਲਾ ਅੱਲਾ ਕਰਾਈਏ। ਓਏ ਨੰਨਿਆ, ਸੁਣਿਆ ਸ਼ਿਕਾਰ ਮਿਲ ਗਿਆ? ਬਈ ਵਾਹ ਓਏ, ਆਓ ਹੁਣ ਅੱਲਾ ਬੇਲੀ ਕਰ ਲਈਏ। ਇੰਨਾ ਕਹਿ ਕੇ ਜਾਟ ਨੇ ਨਕਲੀ ਬ੍ਰਾਹਮਣ 'ਤੇ ਵਾਰ ਕਰਤਾ। ਦੂਜੇ ਬ੍ਰਾਹਮਣ ਭੱਜਣ ਲੱਗੇ, ਜਾਟਾਂ ਨੇ ਉਹਨਾਂ ਨੂੰ ਫੜ ਲਿਆ। ਐ ਨਹੀਂ ਬ੍ਰਾਹਮਣ ਦੇਵਤਾ, ਘੱਟੋ ਘੱਟ ਡਾਕਟਰੀ ਜਾਂਚ ਤਾਂ ਕਰਾਉਂਦੇ ਜਾਓ। ਜਾਣ ਤੋਂ ਪਹਿਲਾਂ ਡਾਕਟਰੀ ਜਾਂਚ ਜ਼ਰੂਰੀ ਆ ਨਾ। ਡਾਕਟਰੀ ਜਾਂਚ ਦਾ ਭਾਵ ਸੀ ਕਿ ਉਹ ਲੋਕ ਖਤਨਾ ਦੇਖਦੇ ਸਨ ਅਤੇ ਜਿਹਦਾ ਖਤਨਾ ਹੋਇਆ ਹੁੰਦਾ ਸੀ ਉਹਨੂੰ ਉੱਥੇ ਹੀ ਮਾਰ ਸੁੱਟਦੇ ਸਨ। ਚਾਰੇ ਮੁਸਲਮਾਨ ਬ੍ਰਾਹਮਣਾਂ ਦੇ ਭੇਸ 'ਚ ਆਪਣੀ ਜਾਨ ਬਚਾ ਕੇ ਭੱਜ ਰਹੇ ਸਨ, ਉੱਥੇ ਹੀ ਮਾਰ ਦਿੱਤੇ ਗਏ। ਫਿਰ ਮੈਂ ਅੱਗੇ ਚੱਲੀ। ਰਸਤੇ 'ਚ ਇੱਕ ਜਗ੍ਹਾ ਜੰਗਲ 'ਚ ਮੈਨੂੰ ਖੜ੍ਹਾ ਕਰ ਦਿੱਤਾ ਗਿਆ। ਸ਼ਰਨਾਰਥੀ ਸਿਪਾਹੀ ਅਤੇ ਸਿੱਖ ਅਤੇ ਜਾਟ ਸਾਰੇ ਉਤਰ ਕੇ ਜੰਗਲ ਵੱਲ ਦੌੜਨ ਲੱਗੇ। ਮੈਂ ਸੋਚਿਆ ਸ਼ਾਇਦ ਮੁਸਲਮਾਨਾਂ ਦੀ ਬਹੁਤ ਵੱਡੀ ਫੌਜ ਇਹਨਾਂ 'ਤੇ ਹਮਲਾ ਕਰਨ ਵਾਲੀ ਹੈ। ਇੰਨੇ 'ਚ ਕੀ ਵੇਖਦੀ ਹਾਂ ਕਿ ਜੰਗਲ 'ਚ ਬਹੁਤ ਸਾਰੇ ਮੁਸਲਮਾਨ ਆਪਣੇ ਬੀਵੀ ਬੱਚਿਆਂ ਨਾਲ ਲੁਕੇ ਬੈਠੇ ਨੇ। ਸਤਿ ਸ੍ਰੀ ਅਕਾਲ ਅਤੇ ਹਿੰਦੂ ਧਰਮ ਦੀ ਜੈ ਦੇ ਨਾਅਰਿਆਂ ਦੀ ਗੂੰਜ ਨਾਲ ਸਾਰਾ ਜੰਗਲ ਕੰਬ ਗਿਆ। ਅੱਧੇ ਘੰਟੇ 'ਚ ਸਾਰਿਆਂ ਦਾ ਸਫਾਇਆ ਹੋ ਗਿਆ। ਬੁੱਢੇ, ਜਵਾਨ, ਔਰਤਾਂ, ਬੱਚੇ ਸਾਰੇ ਦੇ ਸਾਰੇ ਮਾਰ ਦਿੱਤੇ ਗਏ। ਇੱਕ ਜਾਟ ਦੀ ਤਲਵਾਰ ਦੀ ਨੋਕ 'ਤੇ ਇੱਕ ਨਿੱਕੇ ਜਿਹੇ ਬਾਲ ਦੀ ਲਾਸ਼ ਸੀ ਅਤੇ ਉਹਨੂੰ ਹਵਾ 'ਚ ਨਚਾ ਕੇ ਕਹਿ ਰਿਹਾ ਸੀ, ਆਈ ਵਿਸਾਖੀ, ਆਈ ਵਿਸਾਖੀ, ਜੱਟਾ ਲੈ ਆਈ ਹੈ। ਜਲੰਧਰ ਤੋਂ ਇੱਧਰ ਪਠਾਣਾਂ ਦਾ ਇੱਕ ਪਿੰਡ ਸੀ ਜਿੱਥੇ ਗੱਡੀ ਰੋਕ ਕੇ ਲੋਕ ਪਿੰਡ 'ਚ ਵੜ ਗਏ। ਸਿਪਾਹੀਆਂ, ਸ਼ਰਨਾਰਥੀਆਂ ਅਤੇ ਜਾਟਾਂ ਦਾ ਪਠਾਣਾਂ ਨੇ ਸਾਹਮਣਾ ਕੀਤਾ, ਪਰ ਅੰਤ 'ਚ ਮਾਰੇ ਗਏ। ਬੱਚੇ ਅਤੇ ਮਰਦ ਮਾਰੇ ਗਏ ਅਤੇ ਔਰਤਾਂ ਦੀ ਵਾਰੀ ਆਈ। ਉੱਥੇ ਉਸ ਖੁੱਲ੍ਹੇ ਮੈਦਾਨ 'ਚ ਜਿੱਥੇ ਕਣਕ ਦੇ ਖੇਤ ਹੁੰਦੇ ਸਨ ਅਤੇ ਸਰੋਂ ਦੇ ਫੁੱਲ ਮੁਸਕਰਾਉਂਦੇ ਸਨ, ਉਸੇ ਵਿਸ਼ਾਲ ਮੈਦਾਨ 'ਚ ਜਿੱਥੇ ਦਿਲ ਨੇ ਹੀਰ ਰਾਂਝੇ ਅਤੇ ਸੋਹਣੀ ਮਹੀਵਾਲ ਦੇ ਪਿਆਰ ਭਰੇ ਗੀਤ ਗਾਏ ਸਨ, ਉਹਨਾਂ ਟਾਹਲੀਆਂ, ਕਿੱਕਰਾਂ ਅਤੇ ਪਿੱਪਲਾਂ ਦੇ ਰੁੱਖਾਂ ਹੇਠ ਸਮੇਂ ਦੇ ਗੇੜ ਸਦਕਾ ਚੱਕਲੇ ਆਬਾਦ ਹੋਏ। 50 ਔਰਤਾਂ ਅਤੇ 500 ਪਰਿਵਾਰ, 50 ਭੇਡਾਂ ਅਤੇ 500 ਕਸਾਈ, 50 ਸੋਹਣੀਆਂ ਅਤੇ 500 ਮਹੀਵਾਲ। ਸ਼ਾਇਦ ਚਨਾਚ ਹੁਣ ਕਦੇ ਜਲ ਮਸਤੀਆਂ ਨਹੀਂ ਹੋਣਗੀਆਂ। ਸ਼ਾਇਦ ਹੁਣ ਕੋਈ ਵਾਰਸ ਦੀ ਹੀਰ ਨਹੀਂ ਗਾਏਗਾ। ਸ਼ਾਇਦ ਹੁਣ ਮਿਰਜ਼ਾ ਸਾਹਿਬਾਂ ਦੀਆਂ ਕਹਾਣੀਆਂ ਇਹਨਾਂ ਮੈਦਾਨਾਂ 'ਚ ਕਦੇ ਨਹੀਂ ਗੂੰਜਣਗੀਆਂ। ਲੱਖਾਂ ਲਾਹਣਤਾਂ ਨੇ ਇਹਨਾਂ ਰਾਹ ਦਸੇਰਿਆਂ 'ਤੇ, ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ 'ਤੇ, ਜਿਨ੍ਹਾਂ ਨੇ ਇਸ ਸੋਹਣੇ ਪੰਜਾਬ ਦੇ, ਉਸ ਅਲਬੇਲੇ ਪਿਆਰੇ ਸੁਨਹਿਰੇ ਪੰਜਾਬ ਦੇ ਟੋਟੇ ਕਰ ਦਿੱਤੇ ਅਤੇ ਇਸ ਦੀ ਪਵਿੱਤਰ ਆਤਮਾ ਨੂੰ ਦਫਨਾ ਦਿੱਤਾ ਸੀ ਅਤੇ ਇਹਦੇ ਸ਼ਕਤੀਸ਼ਾਲੀ ਬੰਧਨ 'ਚ ਪਾਕ ਭਰ ਦਿੱਤੀ ਗਈ ਸੀ। ਇਹਦੇ ਗੀਤ ਗੂੰਗੇ ਹੋ ਗਏ ਸਨ, ਇਹਦੀ ਜ਼ਬਾਨ ਮਰ ਗਈ ਸੀ, ਇਹਦਾ ਬੇਬਾਕ, ਨਿਡਰ, ਭੋਲਾ ਭਾਲਾ ਦਿਲ ਮੁਰਦਾ। ਅਤੇ ਨਾ ਮਹਿਸੂਸ ਕਰਦਿਆਂ ਹੋਇਆਂ ਅਤੇ ਅੱਖਾਂ ਕੰਨ ਨਾ ਹੁੰਦਿਆਂ ਹੋਇਆਂ ਵੀ ਮੈਂ ਪੰਜਾਬ ਦੀ ਮੌਤ ਦੇਖੀ। ਡਰ ਅਤੇ ਘਿਰਨਾ ਵਸ ਮੇਰੇ ਪੈਰ ਉਸੇ ਪਟੜੀ 'ਤੇ ਰੁਕ ਗਏ। ਪਠਾਨ ਮਰਦਾਂ ਅਤੇ ਔਰਤਾਂ ਦੀਆਂ ਲਾਸ਼ਾਂ ਚੁੱਕ ਕੇ ਜਾਟ, ਸਿੱਖ, ਡੋਗਰੇ ਅਤੇ ਹੱਦ 'ਤੇ ਹਿੰਦੂ ਵਾਪਸ ਆਏ। ਫਿਰ ਮੈਂ ਅੱਗੇ ਚੱਲੀ। ਅੱਗੇ ਇੱਕ ਨਹਿਰ ਵਗਦੀ ਸੀ। ਥੋੜ੍ਹੀ ਦੇਰ ਪਿੱਛੋਂ ਮੈਂ ਰੋਕ ਦਿੱਤੀ ਜਾਂਦੀ। ਜਿਵੇਂ ਕੋਈ ਡੱਬਾ ਨਹਿਰ ਦੇ ਪੁਲ ਤੋਂ ਲੰਘਦਾ, ਲਾਸ਼ਾਂ ਨੂੰ ਹੇਠਾਂ ਪਾਣੀ 'ਚ ਸੁੱਟ ਦਿੱਤਾ ਜਾਂਦਾ। ਇਸ ਤਰ੍ਹਾਂ ਜਦੋਂ ਹਰ ਡੱਬੇ ਦੇ ਰੁਕਣ ਪਿੱਛੋਂ ਸਾਰੀਆਂ ਲਾਸ਼ਾਂ ਪਾਣੀ 'ਚ ਸੁੱਟ ਦਿੱਤੀਆਂ ਗਈਆਂ ਤਾਂ ਲੋਕਾਂ ਨੇ ਦੇਸੀ ਸ਼ਰਾਬ ਦੀਆਂ ਬੋਤਲਾਂ ਖੋਲ੍ਹੀਆਂ ਅਤੇ ਮੈਂ ਖੂਨ, ਨਫ਼ਰਤ ਅਤੇ ਸ਼ਰਾਬ ਦੀ ਹਵਾੜ ਉਗਲਦੀ ਹੋਈ ਅੱਗੇ ਵਧੀ। ਲੁਧਿਆਣੇ ਪਹੁੰਚ ਕੇ ਲੁਟੇਰੇ ਗੱਡੀ 'ਚ ਉਤਰ ਗਏ ਅਤੇ ਸ਼ਹਿਰ ਜਾ ਕੇ ਉਹਨਾਂ ਨੇ ਮੁਸਲਮਾਨਾਂ ਦੇ ਮੁਹੱਲਿਆਂ ਦਾ ਪਤਾ ਲਾ ਕੇ ਫਿਰ ਉੱਥੇ ਹਮਲਾ ਕਰ ਦਿੱਤਾ। ਲੁੱਟ ਮਾਰ ਪਿੱਛੋਂ ਜਿੰਨਾ ਸਮਾਨ ਹੱਥ ਲੱਗਿਆ ਉਹਨੂੰ ਲੱਦ ਕੇ 4-5 ਘੰਟਿਆਂ ਬਾਅਦ ਵਾਪਸ ਆਏ। ਜਦੋਂ ਤੱਕ ਲੁੱਟ ਮਾਰ ਨਾ ਹੋ ਜਾਂਦੇ, ਜਦੋਂ ਤੱਕ 10-20 ਮੁਸਲਮਾਨਾਂ ਦਾ ਖੂਨ ਨਾ ਵਹਾ ਦਿੱਤਾ ਜਾਂਦਾ, ਜਦੋਂ ਤੱਕ ਸਾਰੇ ਸ਼ਰਨਾਰਥੀ ਆਪਣੀ ਨਫ਼ਰਤ ਦੀ ਪਿਆਸ ਨਾ ਬੁਝਾ ਲੈਂਦੇ,
ਮੇਰਾ ਅੱਗੇ ਵਧਣਾ ਔਖਾ ਹੀ ਨਹੀਂ ਅਸੰਭਵ ਸੀ। ਮੇਰੀ ਆਤਮਾ 'ਤੇ ਇੰਨੇ ਜ਼ਖਮ ਸਨ, ਮੇਰੇ ਸਰੀਰ ਦਾ ਅੰਗ ਗੰਦੇ ਅਪਵਿੱਤਰ ਹਥਿਆਰਿਆਂ ਦੇ ਠਹਾਕਿਆਂ ਨਾਲ ਇਸ ਤਰ੍ਹਾਂ ਭਿੱਜ ਗਿਆ ਸੀ ਕਿ ਇਸ਼ਨਾਨ ਦੀ ਡਾਢੀ ਲੋੜ ਮਹਿਸੂਸ ਹੋ ਰਹੀ ਸੀ। ਪਰ ਮੈਨੂੰ ਪਤਾ ਸੀ ਇਸ ਯਾਤਰਾ 'ਚ ਕੋਈ ਮੈਨੂੰ ਨਹਾਉਣ ਨਹੀਂ ਦੇਵੇਗਾ। ਅੰਬਾਲੇ ਸਟੇਸ਼ਨ 'ਤੇ ਰਾਤ ਵੇਲੇ ਮੇਰੇ ਫਸਟ ਕਲਾਸ ਦੇ ਡੱਬੇ 'ਚ ਇੱਕ ਮੁਸਲਮਾਨ ਡਿਪਟੀ ਕਮਿਸ਼ਨਰ ਤੇ ਉਹਦੀ ਪਤਨੀ ਤੇ ਬੱਚੇ ਸਵਾਰ ਹੋਏ। ਇਸ ਡੱਬੇ 'ਚ ਇੱਕ ਸਰਦਾਰ ਸਾਹਿਬ ਤੇ ਉਹਨਾਂ ਦੀ ਪਤਨੀ ਵੀ ਸੀ। ਫੌਜੀਆਂ ਦੇ ਪਹਿਰੇ 'ਚ ਮੁਸਲਮਾਨ ਡਿਪਟੀ ਕਮਿਸ਼ਨਰ ਨੂੰ ਸਵਾਰ ਕੀਤਾ ਗਿਆ ਤੇ ਫੌਜੀਆਂ ਨੂੰ ਇਹਨਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਦੇ ਕਰੜੇ ਹੁਕਮ ਦੇ ਦਿੱਤੇ ਗਏ। ਰਾਤ 2 ਵਜੇ ਮੈਂ ਅੰਬਾਲੇ ਤੋਂ ਤੁਰੀ ਤੇ 10 ਮੀਲ ਅੱਗੇ ਜਾ ਕੇ ਰੋਕ ਦਿੱਤੀ ਗਈ। ਫਸਟ ਕਲਾਸ ਦਾ ਡੱਬਾ ਅੰਦਰੋਂ ਬੰਦ ਸੀ, ਪਰ ਲੋਕ ਖਿੜਕੀ ਦੇ ਸ਼ੀਸ਼ੇ ਤੋੜ ਕੇ ਅੰਦਰ ਆ ਗਏ। ਫਿਰ ਡਿਪਟੀ ਕਮਿਸ਼ਨਰ, ਉਹਦੀ ਪਤਨੀ ਤੇ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਦਾ ਨਰਸੰਹਾਰ ਕੀਤਾ ਗਿਆ। ਡਿਪਟੀ ਕਮਿਸ਼ਨਰ ਦੀ ਇੱਕ ਕੁੜੀ ਸੀ, ਬੜੀ ਸੁੰਦਰ। ਉਹ ਕਿਸੇ ਕਾਲਜ 'ਚ ਪੜ੍ਹਦੀ ਸੀ। 2-1 ਨੌਜਵਾਨਾਂ ਨੇ ਸੋਚਿਆ ਇਹਨੂੰ ਬਚਾ ਲਿਆ ਜਾਏ। ਇਹ ਸੁੰਦਰਤਾ, ਇਹ ਰੌਣਕ, ਇਹ ਜਵਾਨੀ, ਇਹ ਤਾਜ਼ਗੀ ਕਿਸੇ ਦੇ ਕੰਮ ਆ ਸਕਦੀ ਹੈ। ਇੰਨਾ ਸੋਚ ਕੇ ਉਹਨਾਂ ਨੇ ਕਾਹਲ ਨਾਲ ਕੁੜੀ ਦੇ ਗਹਿਣਿਆਂ ਦੇ ਬਕਸੇ ਨੂੰ ਸੰਭਾਲਿਆ ਤੇ ਗੱਡੀ 'ਚ ਉਤਰ ਕੇ ਜੰਗਲ 'ਚ ਚਲੇ ਗਏ। ਕੁੜੀ ਦੇ ਹੱਥ 'ਚ ਕਿਤਾਬ ਸੀ। ਇੱਥੇ ਆ ਕੇ ਕਾਨਫਰੰਸ ਸ਼ੁਰੂ ਹੋਈ ਕਿ ਕੁੜੀ ਨੂੰ ਛੱਡ ਦਿੱਤਾ ਜਾਏ ਜਾਂ ਮਾਰ ਦਿੱਤਾ ਜਾਏ। ਕੁੜੀ ਨੇ ਕਿਹਾ, ਮੈਨੂੰ ਮਾਰਦੇ ਕਿਉਂ? ਮੈਨੂੰ ਹਿੰਦੂ ਬਣਾ ਲਓ। ਮੈਂ ਤੁਹਾਡਾ ਧਰਮ ਸਵੀਕਾਰ ਕਰਦੀ ਹਾਂ। ਤੁਹਾਡੇ 'ਚੋਂ ਕੋਈ ਮੇਰੇ ਨਾਲ ਵਿਆਹ ਕਰ ਲਓ। ਮੇਰੀ ਜਾਨ ਲੈ ਕੇ ਕੀ ਕਰੋਗੇ? ਠੀਕ ਹੀ ਤਾਂ ਕਹਿੰਦੀ ਹੈ, ਇੱਕ ਬੋਲਿਆ। ਦੂਜੇ ਨੇ ਕੁੜੀ ਦੇ ਢਿੱਡ 'ਚ ਛੁਰਾ ਮਾਰਦਿਆਂ ਕਿਹਾ, ਚਲੋ ਗੱਡੀ 'ਚ ਚਲੋ, ਇੱਥੇ ਕੀ ਕਾਨਫਰੰਸ ਲਾ ਰੱਖੀ। ਕੁੜੀ ਜੰਗਲ 'ਚ ਘਾਹ 'ਤੇ ਪਈ ਤੜਪ ਕੇ ਮਰ ਗਈ। ਉਹਦੀ ਕਿਤਾਬ ਉਹਦੇ ਖੂਨ ਨਾਲ ਭਿੱਜੀ ਪਈ ਸੀ। ਕਿਤਾਬ ਦਾ ਸਿਰਲੇਖ ਸੀ ਸਮਾਜਵਾਦੀ ਕਾਰਜ ਤੇ ਦਰਸ਼ਨ ਸ਼ਾਸਤਰ, ਲੇਖਕ ਜੌਨ ਐਸਟਰੇਜੀ। ਉਹ ਬੁੱਧੀਜੀਵੀ ਕੁੜੀ ਹੋਏਗੀ। ਉਹਦੀ ਸੋਚ 'ਚ ਦੇਸ਼ ਤੇ ਦੇਸ਼ ਵਾਸੀਆਂ ਦੀ ਸੇਵਾ ਦੇ ਇਰਾਦੇ ਹੋਣਗੇ। ਉਹਦੀ ਆਤਮਾ 'ਚ ਕਿਸੇ ਨੂੰ ਪਿਆਰ ਕਰਨ, ਕਿਸੇ ਬੱਚੇ ਨੂੰ ਦੁੱਧ ਪਿਆਉਣ ਦੀ ਭਾਵਨਾ ਹੋਏਗੀ। ਉਹ ਕੁੜੀ ਸੀ, ਉਹ ਮਾਂ ਸੀ, ਉਹ ਪਤਨੀ ਸੀ, ਉਹ ਪ੍ਰੇਮਿਕਾ ਸੀ। ਉਹ ਸੰਸਾਰ ਦੀ ਉਤਪਤੀ ਦਾ ਪਵਿੱਤਰ ਰਹੱਸ ਸੀ ਤੇ ਹੁਣ ਉਹਦੀ ਲਾਸ਼ ਜੰਗਲ 'ਚ ਪਈ ਸੀ। ਗਿੱਦੜ, ਗਿਰਜਾਂ ਉਹਦੀ ਲਾਸ਼ ਨੂੰ ਚੂੰਡ ਖਾ ਰਹੇ ਸਨ। ਸਮਾਜਵਾਦ, ਦਰਸ਼ਨ ਸ਼ਾਸਤਰ ਤੇ ਕਾਰਜ, ਜੰਗਲੀ ਦਰਿੰਦੇ ਇਹਨਾਂ ਨੂੰ ਚੂੰਡ ਕੇ ਖਾ ਰਹੇ ਸਨ ਤੇ ਕੋਈ ਬੋਲਣ ਵਾਲਾ ਨਹੀਂ ਸੀ, ਕੋਈ ਅੱਗੇ ਵਧਣ ਵਾਲਾ ਨਹੀਂ ਸੀ। ਤੇ ਮੈਂ ਰਾਤ ਦੇ ਹਨੇਰੇ 'ਚ ਅੱਗ ਤੇ ਅੰਗਿਆਰ ਨੂੰ ਆਪਣੇ ਢਿੱਡ 'ਚ ਛੁਪਾ ਕੇ ਅੱਗੇ ਵਧ ਰਹੀ ਸੀ ਤੇ ਮੇਰੇ ਡੱਬਿਆਂ 'ਚ ਲੋਕ ਸ਼ਰਾਬ ਪੀ ਰਹੇ ਸਨ ਤੇ ਮਹਾਤਮਾ ਗਾਂਧੀ ਦੀ ਜੈ ਦੇ ਨਾਅਰੇ ਲਾ ਰਹੇ ਸਨ। ਇੱਕ ਲੰਮੇ ਵਕਫੇ ਬਾਅਦ ਮੈਂ ਵਾਪਸ ਬੰਬਈ ਆਈ ਹਾਂ। ਇੱਥੇ ਮੈਨੂੰ ਇਸ਼ਨਾਨ ਕਰਵਾ ਕੇ ਸ਼ੈੱਡ 'ਚ ਖੜਾ ਕਰ ਦਿੱਤਾ ਗਿਆ ਹੈ। ਮੇਰੇ ਡੱਬਿਆਂ 'ਚ ਹੁਣ ਸ਼ਰਾਬ ਦੇ ਘਰਾਲੇ ਨਹੀਂ, ਖੂਨ ਦੇ ਛਿੱਟੇ ਨਹੀਂ, ਜੰਗਲੀ ਖੂਨੀ ਠਹਾਕੇ ਨਹੀਂ, ਪਰ ਰਾਤ ਦੀ ਕੱਲ੍ਹ 'ਚ ਜਿਵੇਂ ਭੂਤ ਜਾਗ ਪੈਂਦੇ ਨੇ, ਮੋਇਆਂ ਦੀਆਂ ਆਤਮਾਵਾਂ ਜਾਗ ਪੈਂਦੀਆਂ ਨੇ। ਫੱਟੜਾਂ ਦੀਆਂ ਚੀਕਾਂ, ਔਰਤਾਂ ਤੇ ਬੱਚਿਆਂ ਦੀ ਕੁਰਲਾਹਟ ਹਰ ਪਾਸੇ ਵਾਤਾਵਰਨ 'ਚ ਗੂੰਜਣ ਲੱਗਦੀ ਹੈ ਤੇ ਮੈਂ ਚਾਹੁੰਦੀ ਹਾਂ ਕਿ ਹੁਣ ਮੈਨੂੰ ਕੋਈ ਇਸ ਯਾਤਰਾ 'ਤੇ ਨਾ ਲੈ ਜਾਏ। ਮੈਂ ਇਸ ਸ਼ੈੱਡ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੀ। ਮੈਂ ਇਸ ਭਿਆਨਕ ਯਾਤਰਾ 'ਤੇ ਫੇਰ ਨਹੀਂ ਜਾਣਾ। ਹੁਣ ਮੈਂ ਉਦੋਂ ਜਾਵਾਂਗੀ ਜਦੋਂ ਮੇਰੀ ਯਾਤਰਾ ਦੌਰਾਨ ਦੋਵੇਂ ਪਾਸੇ ਕਣਕ ਦੇ ਸੁਨਹਿਰੇ ਖੇਤ ਲਹਿਰਾਉਂਦੇ ਹੋਣਗੇ ਤੇ ਸਰੋਂ ਦੇ ਫੁੱਲ ਝੂਮ ਕੇ ਪੰਜਾਬ ਦੇ ਰਸੀਲੇ ਪਿਆਰ ਭਰੇ ਗੀਤ ਗਾਉਂਦੇ ਹੋਣਗੇ ਤੇ ਕਿਸਾਨ, ਹਿੰਦੂ ਤੇ ਮੁਸਲਮਾਨ ਰਲ ਕੇ ਫਸਲ ਕੱਟਦੇ ਹੋਣਗੇ, ਬੀਜ ਬੀਜਦੇ ਹੋਣਗੇ, ਹਰੇ ਹਰੇ ਖੇਤਾਂ ਨੂੰ ਪਾਣੀ ਦਿੰਦੇ ਹੋਣਗੇ ਤੇ ਉਹਨਾਂ ਦੇ ਦਿਲਾਂ 'ਚ ਪ੍ਰੇਮ ਤੇ ਵਫਾਦਾਰੀ ਤੇ ਅੱਖਾਂ ਵਿੱਚ ਸ਼ਰਮ ਤੇ ਆਤਮਾਵਾਂ ਵਿੱਚ ਔਰਤ ਲਈ ਪਿਆਰ, ਮੁਹੱਬਤ ਤੇ ਇੱਜ਼ਤ ਦੀਆਂ ਭਾਵਨਾਵਾਂ ਹੋਣਗੀਆਂ। ਮੈਂ ਲੋਹੇ ਦੇ ਲੱਕੜ ਦੀ ਇੱਕ ਨਿਰਜੀਵ ਗੱਡੀ ਹਾਂ, ਫਿਰ ਵੀ ਚਾਹੁੰਦੀ ਹਾਂ ਕਿ ਉਸ ਖੂਨ, ਮਾਸ ਤੇ ਨਫ਼ਰਤ ਦੇ ਬੋਝ ਨਾਲ ਮੈਨੂੰ ਨਾ ਲੱਦਿਆ ਜਾਏ। ਮੈਂ ਅਕਾਲ ਗ੍ਰਸੇ ਇਲਾਕਿਆਂ ਲਈ ਅਨਾਜ ਢੋਵਾਂਗੀ। ਮੈਂ ਕੋਇਲਾ, ਤੇਲ ਤੇ ਲੋਹਾ ਲੈ ਕੇ ਕਾਰਖਾਨਿਆਂ ਵਿੱਚ ਜਾਵਾਂਗੀ। ਮੈਂ ਕਿਸਾਨਾਂ ਲਈ ਨਵੇਂ ਹਲ ਤੇ ਨਵੀਂ ਖਾਦ ਲੈ ਜਾਵਾਂਗੀ। ਮੈਂ ਆਪਣੇ ਡੱਬਿਆਂ 'ਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਸ਼ਹਾਲ ਟੋਲੀਆਂ ਲੈ ਕੇ ਜਾਵਾਂਗੀ। ਪਵਿੱਤਰ ਔਰਤਾਂ ਦੀਆਂ ਮਿੱਠੀਆਂ ਨਜ਼ਰਾਂ ਉਹਨਾਂ ਦੇ ਦਿਲ ਟੋਹ ਰਹੀਆਂ ਹੋਣਗੀਆਂ ਤੇ ਉਹਨਾਂ ਦੀਆਂ ਬੁੱਕਲਾਂ ਵਿੱਚ ਨਿੱਕੇ ਨਿੱਕੇ ਸੁੰਦਰ ਬਾਲਾਂ ਦੇ ਚਿਹਰੇ ਕਮਲ ਦੇ ਫੁੱਲਾਂ ਵਾਂਗ ਖਿੜੇ ਨਜ਼ਰ ਆਉਣਗੇ ਤੇ ਉਹ ਉਸ ਮੌਤ ਨੂੰ ਨਹੀਂ, ਬਲਕਿ ਆਉਣ ਵਾਲੀ ਜ਼ਿੰਦਗੀ ਨੂੰ ਝੁੱਕ ਕੇ ਸਲਾਮ ਕਰਨਗੇ, ਜਦੋਂ ਨਾ ਕੋਈ ਹਿੰਦੂ ਹੋਏਗਾ, ਨਾ ਮੁਸਲਮਾਨ, ਬਲਕਿ ਸਾਰੇ ਮਿਹਨਤਕਸ਼ ਤੇ ਇਨਸਾਨ ਹੋਣਗੇ। ਧੰਨਵਾਦ।